Hello friends, welcome to Pahadi Boy Classes. ਲੇਖਕ ਬਲਰਾਜ ਸਾਹਨੀ ਕਲਕੱਤੇ ਇੱਕ ਬੰਗਾਲੀ ਫਿਲਮ ਵਿੱਚ ਕੰਮ ਕਰਨ ਲਈ ਗਿਆ ਹੋਇਆ ਸੀ। ਬੰਗਾਲੀ ਚੰਗੀ ਤਰ੍ਹਾਂ ਨਾ ਆਉਂਦੀ ਹੋਣ ਕਰਕੇ ਕੰਮ ਔਖਾ ਸੀ। ਕੱਲ ਹੀ ਉੱਥੋਂ ਪਰਤਿਆ ਸੀ ਤੇ ਅੱਜ ਸਵੇਰੇ ਥੱਕਿਆ ਹੋਣ ਕਰਕੇ ਉਸ ਦਾ ਉੱਠਣ ਨੂੰ ਮਨ ਨਹੀਂ ਸੀ ਕਰ ਰਿਹਾ। ਉਹ ਚਾਹ ਦੀ ਪਿਆਲੀ ਪੀਂਦਾ ਅਖਬਾਰ ਵੇਖ ਰਿਹਾ ਸੀ ਕਿ ਨੌਕਰ ਨੇ ਉਸ ਨੂੰ ਬਾਹਰ ਕਿਸੇ ਮੁੰਡੇ ਦੇ ਆਉਣ ਬਾਰੇ ਦੱਸਿਆ। ਲੇਖਕ ਨੇ ਸਮਝਿਆ ਕਿ ਕੋਈ ਪੈਸੇ ਮੰਗਣ ਵਾਲਾ ਹੋਣਾ ਹੈ, ਇਸ ਕਰਕੇ ਉਹ ਉਸ ਨੂੰ ਟਾਲ ਦੇਵੇ। ਅਜੇ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਕਿ ਮਿਲਣ ਵਾਲਿਆਂ ਦਾ ਤਾਂਤਾ ਵੱਜ ਗਿਆ। ਪਹਿਲਾਂ ਇੱਕ ਕਾਰੋਬਾਰੀ ਕਿਸਮ ਦਾ ਪ੍ਰੋਡਿਊਸਰ ਆਇਆ ਤੇ ਫਿਰ ਇੱਕ ਸੱਜਣ ਉਨ੍ਹਾਂ ਦੇ ਘਰੋਂ ਛੁਰੀ ਮੰਗਣ ਆਏ, ਜੋ ਕਿ ਜੂਹੂ ਉੱਤੇ ਪਿਕਨਿਕ ਕਰਨ ਆਏ ਸਨ। 11 ਵਜੇ ਵੇਲਾ ਹੋ ਕੇ ਲੇਖਕ ਨੇ ਦਰਵਾਜ਼ਾ ਬੰਦ ਕਰਕੇ ਨੌਕਰ ਨੂੰ ਹਦਾਇਤ ਕੀਤੀ ਕਿ ਹੁਣ ਜਿਹੜਾ ਵੀ ਆਵੇ ਉਹ ਉਸ ਨੂੰ ਕਹਿ ਦੇਵੇ ਕਿ ਉਹ ਘਰ ਨਹੀਂ। ਅਚਾਨਕ ਉਸ ਨੂੰ ਬਾਹਰੋਂ ਦੋ ਅਥਰੂਆਂ ਭਿੱਜੀਆਂ ਅੱਖਾਂ ਵਿਖਾਈ ਦਿੱਤੀਆਂ। ਲੇਖਕ ਨੇ ਸਮਝਿਆ ਕਿ ਇਹ ਸਵੇਰੇ ਵਾਲਾ ਮੰਗਤਾ ਹੀ ਹੋਵੇਗਾ, ਜੋ ਢੀਠ ਬਣ ਕੇ ਖੜਾ ਹੈ। ਅਜਿਹੇ ਕਈ ਉੱਥੇ ਕਿਸੇ ਨਾ ਕਿਸੇ ਬਹਾਨੇ ਪੈਸੇ ਮੰਗਣ ਆਉਂਦੇ ਰਹਿੰਦੇ ਹਨ। ਉਸ ਮੁੰਡੇ ਨੇ ਲੇਖਕ ਨੂੰ ਵੇਖ ਲਿਆ। ਹੁਣ ਮਿਲੇ ਬਗੈਰ ਕੋਈ ਚਾਰਾ ਨਹੀਂ ਸੀ। ਉਹ 17-18 ਸਾਲਾਂ ਦਾ ਗੋਰਾ ਜਿਹਾ ਮੁੰਡਾ ਸੀ। ਉਹ ਹੱਥ ਬੰਨ੍ਹ ਕੇ ਉਸ ਨੂੰ ਕਹਿਣ ਲੱਗਾ ਕਿ ਉਸਨੇ ਉਹਨਾਂ ਨਾਲ ਗੱਲ ਕਰਨੀ ਹੈ। ਉਸਦੇ ਮੂੰਹੋਂ ਰਾਵਲਪਿੰਡੀ ਦੀ ਬੋਲੀ ਸੁਣ ਕੇ ਲੇਖਕ ਪਿਘਲ ਗਿਆ। ਪਰ ਉਸਨੇ ਕਿਹਾ ਕਿ ਉਹ ਪੈਸਿਆਂ ਦੀ ਕੋਈ ਮਦਦ ਨਹੀਂ ਕਰ ਸਕਦਾ। ਮੁੰਡੇ ਨੇ ਕਿਹਾ ਕਿ ਉਹ ਪੈਸੇ ਮੰਗਣ ਨਹੀਂ ਆਇਆ। ਕੋਲੀਵਾੜਾ ਕੈਂਪ ਦੇ ਮੰਦਰ ਵਿੱਚ ਉਹ ਭਜਨ ਗਾਉਂਦਾ ਹੈ ਤੇ ਪੰਡਿਤ ਉਸ ਨੂੰ ਦੋਵੇਂ ਵੇਲੇ ਰੋਟੀ ਖਵਾ ਦਿੰਦਾ ਹੈ। ਉਸਨੇ ਲੇਖਕ ਨੂੰ ਕੋਈ ਕੰਮ ਦੁਆ ਦੇਣ ਲਈ ਕਿਹਾ। ਉਸਨੇ ਦੱਸਿਆ ਕਿ ਉਹ ਫਾਊਂਟੇਨ ਪੈਨ ਵੇਚਦਾ ਹੈ ਤੇ ਉਸਦੀ ਜੇਬ ਕੱਟੀ ਗਈ ਹੈ ਤੇ ਕਿਸੇ ਨੇ 60 ਰੁਪਏ ਕੱਢ ਲਏ ਹਨ। ਲੇਖਕ ਨੇ ਕਿਹਾ ਕਿ ਇੱਥੇ ਤਾਂ ਹਰ ਰੋਜ਼ 4-5 ਜੇਬਾਂ ਕੱਟ ਹੁੰਦੀਆਂ ਹਨ। ਉਹ ਉਸ ਲਈ ਕੁਝ ਨਹੀਂ ਕਰ ਸਕਦਾ। ਲੇਖਕ ਉਸ ਤੋਂ ਪਿੰਡੀ ਦੀ ਬੋਲੀ ਸੁਣ ਕੇ ਪਿਘਲ ਚੁੱਕਾ ਸੀ। ਉਸਨੇ ਉਸ ਨੂੰ 20 ਰੁਪਏ ਮਦਦ ਦੇਣ ਬਾਰੇ ਸੋਚਿਆ। ਉਸ ਨੂੰ ਨਾਨਕ ਸਿੰਘ ਦਾ ਖਿਆਲ ਆਇਆ, ਜਿਸ ਨੂੰ ਗੁਰਦੁਆਰੇ ਵਿੱਚ ਸ਼ਬਦ ਗਾਉਣ ਦਾ ਸ਼ੌਕ ਸੀ। ਉਹ ਆਪ ਵੀ ਨਿੱਕਾ ਹੁੰਦਾ ਆਰੀਆ ਸਮਾਜ ਮੰਦਰ ਵਿੱਚ ਭਜਨ ਗਾਉਂਦਾ ਹੁੰਦਾ ਸੀ। ਉਸਨੇ ਕੋਲੀਵਾੜਾ ਕੈਂਪ ਜਾ ਕੇ ਵੇਖਣ ਦੀ ਗੱਲ ਸੋਚੀ ਤੇ ਨਾਲ ਹੀ ਸੋਚਿਆ ਕਿ ਪੰਜਾਬੀਆਂ ਦੀ ਕੋਈ ਸਾਂਝੀ ਸੰਸਥਾ ਹੋਣੀ ਚਾਹੀਦੀ ਹੈ, ਜੋ ਮੁਸੀਬਤ ਵਿੱਚ ਫਸੇ ਪੰਜਾਬੀਆਂ ਦੀ ਮਦਦ ਕਰੇ, ਜਿਸ ਤਰ੍ਹਾਂ ਕਿ ਸਿੰਧੀ ਕਰਦੇ ਹਨ। ਪੰਜਾਬੀ ਤਾਂ ਸਭਾਵਾਂ ਬਣਾ ਕੇ ਮੰਦਰ ਜਾਂ ਗੁਰਦੁਆਰੇ ਬਣਾਉਂਦੇ ਹਨ ਤੇ ਫਿਰ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਹਨ। ਉਸਨੇ ਸੋਚਿਆ ਕਿ ਇਸ ਵਾਰੀ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਉਹ ਇਹ ਗੱਲ ਜ਼ਰੂਰ ਛੇੜੇਗਾ। ਲੇਖਕ ਨੇ ਅਲਮਾਰੀ ਖੋਲ੍ਹਦਿਆਂ 20 ਰੁਪਏ ਦੇਣ ਦੀ ਥਾਂ 2 ਰੁਪਏ ਦੇਣ ਦਾ ਮਨ ਬਣਾ ਲਿਆ। ਉਸਨੇ ਸੋਚਿਆ ਕਿ ਦੇਸ਼ ਦੀ ਭੁੱਖ ਨੰਗ ਦੂਰ ਕਰਨਾ ਸਰਕਾਰ ਦਾ ਕੰਮ ਹੈ। ਦਾਨ ਦੇਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਉਸਨੇ ਆਪਣੇ ਬਾਰੇ ਵੀ ਸੋਚਿਆ ਕਿ ਜੇ 4 ਪੈਸੇ ਜੋੜ ਕੇ ਇਸ ਰੋਜ਼ੀ ਕਮਾਉਣ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਕੋਈ ਸਾਹਿਤਕ ਕੰਮ ਕਰਨ ਦਾ ਇਰਾਦਾ ਹੈ ਤਾਂ ਇਹ ਕਮੀਨਗੀ ਅਖਤਿਆਰ ਕਰਨੀ ਪਵੇਗੀ। ਅਜੇ ਪਿਛਲੇ ਮਹੀਨੇ ਹੀ ਤਾਂ ਉਸਨੇ ਇੱਕ ਹੈਦਰਾਬਾਦੀ ਮੁੰਡੇ ਦੇ ਇਲਾਜ ਲਈ 200 ਰੁਪਏ ਦਿੱਤੇ ਹਨ। ਲੇਖਕ ਨੂੰ ਆਪਣੇ ਉੱਤੇ ਲਾਇਆ ਜਾ ਰਿਹਾ ਸਵੈ ਸੰਜਮ ਵੀ ਆਪਣੀ ਕਮੀਨਗੀ ਪ੍ਰਤੀਤ ਹੋਇਆ। ਜਦੋਂ ਲੇਖਕ ਨੇ ਬਾਹਰ ਆ ਕੇ ਉਸ ਮੁੰਡੇ ਦੇ ਹੱਥ ਰੁਪਏ ਦਿੱਤੇ ਤੇ ਕਿਹਾ ਕਿ ਉਹ ਉਸ ਤੋਂ ਨੌਕਰੀ ਦੀ ਉਮੀਦ ਨਾ ਰੱਖੇ। ਇਹ ਸੁਣ ਕੇ ਮੁੰਡੇ ਨੇ ਕਿਹਾ ਕਿ ਉਸ ਨੂੰ ਉਹਨਾਂ ਤੋਂ ਮੰਗਦਿਆਂ ਬਹੁਤ ਸ਼ਰਮ ਆਉਂਦੀ ਹੈ। ਉਹ ਪਹਿਲਾਂ ਵੀ ਉਹਨਾਂ ਦੇ ਘਰ ਦੇ 2 ਚੱਕਰ ਮਾਰ ਚੁੱਕਾ ਹੈ, ਪਰ ਉਹ ਸੋਚਦਾ ਰਿਹਾ ਕਿ ਉਹ ਉਸ ਬਾਰੇ ਕੀ ਸੋਚਣਗੇ। ਉਸਦੇ ਮੂੰਹੋਂ ਲੇਖਕ ਨੂੰ ਪਿੰਡੀ ਦੀ ਬੋਲੀ ਬਹੁਤ ਹੀ ਪਿਆਰੀ ਲੱਗ ਰਹੀ ਸੀ। ਲੇਖਕ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਪਿੰਡੀ ਵਿੱਚ ਉਹਨਾਂ ਦਾ ਆਪਣਾ ਮਕਾਨ ਹੁੰਦਾ ਸੀ। ਉਸਦਾ ਪਿਤਾ ਮੋਟਰ ਦਾ ਕੰਮ ਕਰਦਾ ਸੀ ਤੇ ਦੇਹਰਾਦੂਨ ਵਿੱਚ ਰਹਿੰਦਾ ਸੀ। ਉਸਦਾ ਚਾਚਾ ਯੋਗੀ ਨਾਥ ਪਿੰਡੀ ਵਿੱਚ ਕਾਂਗਰਸ ਦਾ ਬੜਾ ਵੱਡਾ ਵਰਕਰ ਸੀ। ਇਹ ਸੁਣ ਕੇ ਲੇਖਕ ਨੂੰ ਇੱਕ ਧੱਕਾ ਲੱਗਾ। ਉਹ ਹੈਰਾਨ ਸੀ ਕਿ ਉਹ ਮੁੰਡਾ ਉਸਦੇ ਪਰਮ ਮਿੱਤਰ ਯੋਗੀ ਨਾਥ ਦਾ ਭਤੀਜਾ ਹੈ। ਲੇਖਕ ਨੂੰ ਮਹਿਸੂਸ ਹੋਇਆ ਕਿ ਮੁੰਡੇ ਨੇ ਉਸਦੇ ਸਵੈ ਸੰਜਮ ਦੀ ਦੀਵਾਰ ਇੱਕ ਮੁੱਕਾ ਮਾਰ ਕੇ ਤੋੜ ਦਿੱਤੀ ਹੈ। ਉਹ ਉਸਦੇ ਮੋਢੇ ਉੱਤੇ ਹੱਥ ਰੱਖ ਕੇ ਉਸਨੂੰ ਅੰਦਰ ਲੈ ਆਇਆ ਤੇ ਸੋਫੇ ਤੇ ਬਿਠਾ ਦਿੱਤਾ। ਗੱਲ-ਬਾਤ ਵਿੱਚ ਉਸਨੇ ਦੱਸਿਆ ਕਿ ਯੋਗੀ ਨਾਥ ਅੱਜ-ਕੱਲ੍ਹ ਦਿੱਲੀ ਵਿੱਚ ਹਨ।
ਲੇਖਕ ਨੇ ਪੁੱਛਿਆ ਕਿ ਉਹ ਕਾਂਗਰਸੀ ਲੀਡਰ ਹੋਣ ਕਾਰਨ ਕੀ ਉਸ ਲਈ ਕੁਝ ਨਹੀਂ ਕਰ ਸਕਦੇ। ਮੁੰਡੇ ਨੇ ਉੱਤਰ ਦਿੱਤਾ ਕਿ ਉਹਨਾਂ ਦੇ ਸੁਭਾਅ ਦਾ ਉਹਨਾਂ ਨੂੰ ਹੈ। ਉਹਨਾਂ ਮਹਿਰੌਲੀ ਵਿੱਚ ਨਿੱਕਾ ਜਿਹਾ 2 ਮੰਜ਼ਲਾ ਮਕਾਨ ਲਿਆ ਹੋਇਆ, ਜਿਸ ਦੇ ਉੱਪਰ ਉਹ ਰਹਿੰਦੇ ਹਨ ਤੇ ਹੇਠਾਂ ਦਵਾਖਾਨਾ ਪਤਾ ਹੀ ਬਣਾਇਆ ਹੋਇਆ ਹੈ। ਕਿਸੇ ਕੋਲੋਂ ਕੁਝ ਮੰਗਦੇ ਨਹੀਂ। ਇੱਕ ਸੰਦੂਕੜੀ ਰੱਖੀ ਹੋਈ ਹੈ, ਉਸ ਵਿੱਚ ਜੋ ਮਰਜ਼ੀ ਕੋਈ ਪਾ ਜਾਵੇ। ਉਸਨੇ ਦੱਸਿਆ ਕਿ ਇੱਕ ਵਾਰੀ ਉਹਨਾਂ ਕੋਲ ਇੱਕ ਜ਼ਨਾਨੀ ਨੇ ਫਰਿਆਦ ਕੀਤੀ ਕਿ ਜਿਹੜਾ ਮਕਾਨ ਉਸਨੂੰ ਅਲਾਟ ਹੋਇਆ ਸੀ, ਉਹ ਇੱਕ ਸਰਕਾਰੀ ਅਫਸਰ ਨੇ ਪੈਸੇ ਖਾ ਕੇ ਆਪਣੇ ਨਾਂ ਅਲਾਟ ਕਰਾ ਲਿਆ ਹੈ। ਤਾਂ ਗੱਲ ਦੇ ਸੱਚੀ ਹੋਣ ਤੇ ਉਹ ਸਿੱਧੇ ਪੰਡਿਤ ਨਹਿਰੂ ਕੋਲ ਇਨਸਾਫ ਲਈ ਪੁੱਜੇ। ਪੰਡਿਤ ਜੀ ਨੇ ਉਸ ਅਫਸਰ ਦੀ ਬਦਲੀ ਕਰ ਦਿੱਤੀ ਤੇ ਮਕਾਨ ਨਵੇਂ ਸਿਰਿਓਂ ਉਸ ਔਰਤ ਨੂੰ ਮਿਲਿਆ। ਯੋਗੀ ਜੀ ਨੇ ਆਪਣੇ ਘਰ ਦਾ ਅਜੇ ਕਲੇਮ ਵੀ ਦਾਖਲ ਨਹੀਂ ਸੀ ਕਰਵਾਇਆ। ਲੇਖਕ ਅਜੇ ਵੀ ਸੋਚ ਰਿਹਾ ਸੀ ਕਿ ਉਹ ਉਸ ਮੁੰਡੇ ਦੀ ਉਨੀ ਮਦਦ ਹੀ ਕਰੇਗਾ ਜਿੰਨੀ ਕਰ ਸਕਦਾ ਹੈ, ਜਜ਼ਬਾਤੀ ਨਹੀਂ ਹੋਵੇਗਾ। ਉਹ ਸਮਝਦਾ ਸੀ ਕਿ ਨਹਿਰੂ ਨੇ ਜ਼ਰੂਰ ਹਜ਼ਾਰਾਂ ਦੀ ਮਦਦ ਕੀਤੀ ਹੋਵੇਗੀ, ਪਰ ਫਿਰ ਵੀ ਉਹ ਇੱਕ ਦਾਇਰੇ ਵਿੱਚ ਰਹਿੰਦੇ ਹਨ। ਲੇਖਕ ਨੇ ਸੋਚਿਆ ਕਿ ਜ਼ਰੂਰਤ ਰਾਜ ਪ੍ਰਬੰਧ ਬਦਲਣ ਦੀ ਹੈ। ਲੇਖਕ ਦੱਸ ਰਿਹਾ ਸੀ ਕਿ ਉਸਦਾ ਇੱਕ ਚਾਚਾ ਐਬਟਾਬਾਦ ਫਸਾਦਾਨ ਵਿੱਚ ਕਤਲ ਹੋ ਗਿਆ। ਉਸਦਾ ਟੱਬਰ ਵੀ ਉਹਨਾਂ ਕੋਲ ਹੀ ਦੇਹਰਾਦੂਨ ਵਿੱਚ ਰਹਿੰਦਾ ਹੈ। ਉਸਦਾ ਪਿਤਾ ਟੈਕਸੀ ਚਲਾਉਂਦਾ ਹੈ। ਉਸਨੇ ਦੱਸਿਆ ਕਿ ਉਸਨੇ ਮੋਟਰਸਾਈਕਲਾਂ ਦੀ ਦੁਕਾਨ ਉੱਤੇ 6 ਮਹੀਨੇ ਕੰਮ ਕੀਤਾ, ਪਰੰਤੂ ਉਸਨੇ ਉਸਨੂੰ ਕੋਈ ਪੈਸਾ ਨਹੀਂ ਦਿੱਤਾ। ਉਹ ਤਾਂ ਆਪਣੇ ਪਿਤਾ ਦੇ ਸਿਰ ਤੇ ਬੋਝ ਬਣਿਆ ਹੋਇਆ ਹੈ। ਉਸਨੇ ਦੱਸਿਆ ਕਿ ਇੱਥੇ ਉਸਨੇ ਪਿਪਰਮਿੰਟਾਂ ਵੇਚਣੀਆਂ ਸ਼ੁਰੂ ਕੀਤੀਆਂ ਤੇ ਪੁਲਿਸ ਵਾਲੇ ਉਸਨੂੰ ਹਰ ਚੌਥੇ-ਪੰਜਵੇਂ ਦਿਨ ਫੜ ਲੈਂਦੇ ਹਨ। ਉਹ ਰਿਸ਼ਵਤ ਲੈਂਦੇ ਹਨ, ਪਰ ਖਹਿੜਾ ਫਿਰ ਵੀ ਨਹੀਂ ਛੱਡਦੇ। 4-5 ਵਾਰੀ ਉਸਨੇ ਜੁਰਮਾਨਾ ਭਰਿਆ। ਇੱਕ ਵਾਰੀ ਜੁਰਮਾਨਾ ਨਾ ਦੇਣ ਸਕਣ ਤੇ ਮੈਜਿਸਟ੍ਰੇਟ ਨੇ ਉਸਨੂੰ 7 ਦਿਨ ਲਈ ਵੋਰਲੀ ਜੇਲ੍ਹ ਭੇਜ ਦਿੱਤਾ। ਉਸਨੇ ਐਮਪਲਾਇਮੈਂਟ ਐਕਸਚੇਂਜ ਵਿੱਚ ਵੀ ਨਾਂ ਲਿਖਾਇਆ ਹੋਇਆ ਸੀ। ਉਸਦਾ ਫਾਊਂਟੇਨ ਪੈਨਾਂ ਦਾ ਕੰਮ ਕਾਫੀ ਚੱਲ ਪਿਆ ਸੀ, ਪਰ ਹੁਣ ਜੇਬ ਕੱਟੀ ਗਈ ਸੀ। ਉਸਨੇ 1 ਰੁਪਇਆ ਰੱਖ ਕੇ 3 ਰੁਪਏ ਲੇਖਕ ਨੂੰ ਵਾਪਸ ਕਰਨੇ ਚਾਹੇ ਤੇ ਕਿਹਾ ਕਿ ਉਹ ਉਹਨਾਂ ਤੋਂ ਪੈਸੇ ਮੰਗਣ ਨਹੀਂ ਆਇਆ, ਉਹ ਉਸਨੂੰ ਕਿਤੇ ਕੰਮ ਤੇ ਲਵਾ ਦੇਣ। ਹੁਣ ਲੇਖਕ ਦਾ ਦਿਲ ਕਰਦਾ ਸੀ ਕਿ ਉਹ ਮੁੰਡੇ ਨੂੰ ਜੱਫੀ ਪਾ ਲਵੇ ਤੇ ਆਪਣੇ ਕੋਲੋਂ ਜਾਣ ਹੀ ਨਾ ਦੇਵੇ। ਲੇਖਕ ਨੇ ਉਸਨੂੰ 50 ਰੁਪਏ ਦੇਣ ਦੀ ਗੱਲ ਕਰਦਿਆਂ ਉਸਨੂੰ ਆਪਣਾ ਫਾਊਂਟੇਨ ਪੈਨਾਂ ਦਾ ਕੰਮ ਦੁਬਾਰਾ ਸ਼ੁਰੂ ਕਰਨ ਲਈ ਕਿਹਾ, ਪਰ ਉਸਨੇ ਨਾ ਕਰਦਿਆਂ ਕਿਹਾ ਕਿ ਉਹ ਪੁਲਿਸ ਤੋਂ ਬਹੁਤ ਤੰਗ ਹੈ। ਉਹ ਉਸਨੂੰ ਕਿਤੇ ਕੰਮ ਉੱਤੇ ਲਵਾ ਦੇਣ। ਉਸਨੇ ਦੱਸਿਆ ਕਿ ਉਸਦਾ ਵੱਡਾ ਭਰਾ ਮੈਟ੍ਰਿਕ ਪਾਸ ਹੈ। ਉਸਨੂੰ ਲਾਲਾ ਈਸ਼ਵਰ ਦਾਸ ਦੀ ਨਵੀਂ ਮਿਲ ਵਿੱਚ ਨੌਕਰੀ ਮਿਲ ਗਈ ਹੈ ਤੇ ਉਹ ਸੁਖੀ ਹੋ ਗਿਆ ਹੈ। ਲੇਖਕ ਨੇ ਉਸਨੂੰ ਕਿਹਾ ਕਿ ਉਹ ਅਗਲੇ ਦਿਨ ਸਵੇਰੇ 9 ਵਜੇ ਉਸ ਕੋਲ ਆਵੇ। ਉਹ ਉਸਦੀ ਮਦਦ ਕਰੇਗਾ। ਇਸ ਪਿੱਛੋਂ ਉਹ ਮੁੰਡਾ 1 ਰੁਪਇਆ ਲੈ ਕੇ ਤੇ ਬਾਕੀ 3 ਲੇਖਕ ਪੈਰਾਂ ਵਿੱਚ ਸੁੱਟ ਕੇ ਛੇਤੀ ਨਾਲ ਬਾਹਰ ਨਿਕਲ ਗਿਆ। ਲੇਖਕ ਦਾ ਦਿਲ ਪੰਗਰ ਗਿਆ। ਉਹ ਸੋਚਦਾ ਸੀ ਕਿ ਉਹ ਆਜ਼ਾਦੀ ਦੇ ਨਿਰਸਵਾਰਥ ਘੁਲਾਟੀਏ ਯੋਗੀ ਨਾਥ ਦੇ ਭਤੀਜੇ ਦੀ ਫਰਿਆਦ ਕਿਸ ਕੋਲ ਲੈ ਕੇ ਜਾਵੇ ਤੇ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗ ਪਏ।